सीखने गया
सो सतगुर प्यारा मेरा नाम है, सो सतगुर प्यारा मेरा नाम है, मेरा नाम है, मेरा नाम है।
सतगुर को साथ बलकार बंद बनाई जिन दर सेवा बंद बनाई सो सतगुर प्यारा मेरे नाल है सो सतगुर प्यारा इस गुर को शाबाश गए जिन भर सोची पाई इस गुर को शाबाश गए जिन भर सोची पाई नानक गुर मिटवा वालिया नानक गुर मिटवा वालिया जिन हर नाम लिया जिन हर नाम लिया मेरे मन की आस पुराई नानक गुर मिटना वालिया जिन घर नाम लिया मेरे मन की आस पुराई मेरे मन की आस पुराई सो सतगुर प्यारा मेरे नाल है सो सतगुर प्यारा मेरे नाल है मेरे नाल है मेरे नाल है जिथे जिथे मैनू छुड़ाई सो सतगुर प्यारा ਜਾਂਦਾ ਸੀ ਹੈ ਸਾਡੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ। ਉਹਨਾਂ ਦੇ ਨਾਲ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜੀ ਪਹੁੰਚੇ ਨੇ। ਉਹਨਾਂ ਦੀ ਆਮਦ ਤੇ ਇੱਕ ਜੈਕਾਰਾ ਬੋਲੇ ਸੋ ਨਿਹਾਲ। ਸਤਿਕਾਰ ਸ਼ਖਸੀਅਤਾਂ ਮੈਂਬਰ ਸਾਹਿਬਾਨ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਥੇਦਾਰ ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ ਕਾਰਜਕਾਰੀ ਮੈਂਬਰ ਪ੍ਰੋਜੈਕਟ ਕਮੇਟੀ ਦੇ ਉਹ ਵੀ ਪਹੁੰਚੇ ਨੇ। ਸਰਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਮੈਂਬਰ ਐਸਟੀਪੀਸੀ, ਗੋਇਕਵਾਲ ਸਿੰਘ ਜੀ ਮਾਹਰ ਮੈਂਬਰ ਐਸਟੀਪੀਸੀ, ਸਰਜੀਤ ਸਿੰਘ ਜੀ, ਸਰਵਣ ਸਿੰਘ ਜੀ ਕਲਾਰ ਮੈਂਬਰ ਐਸਟੀਪੀਸੀ, ਸਰਦਾਰ ਗੁਰਨਾਮ ਸਿੰਘ ਜੀ ਜੱਸਰ ਔਰ ਬਾਬਾ ਸਿੰਘ ਜੀ ਗੁਮਾਨਪੁਰ ਮੈਂਬਰ ਐਸਟੀਪੀਸੀ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਮੈਂਬਰ ਐਸਟੀਪੀਸੀ, ਭਾਈ ਮਨਿੰਦਰ ਸਿੰਘ ਜੀ ਖਾਪਰ ਕੇ ਮੈਂਬਰ ਐਸਟੀਪੀਸੀ, ਭਾਈ ਸਤਪਾਲ ਸਿੰਘ ਜੀ ਤਲਵੰਡੀ ਭਾਈ, ਭਾਈ ਹਰਦੀਪ ਸਿੰਘ ਜੀ ਔਰ ਮੈਂ ਸਾਰਿਆਂ ਨੂੰ ਸਟੇਜ ਵੱਲੋਂ ਵਿੱਚ ਆਉਣ ਕੇ ਜੀ ਆਇਆਂ ਆਖਦਾ ਹਾਂ। ਅੱਤ ਸਤਿਕਾਰ ਸਾਹਿਬ ਦੀ ਬੇਨਤੀ ਕਰਾਂਗਾ ਸਿੰਘ ਸਾਹਿਬ ਉਹਨਾਂ ਦੇ ਅਗਲੇ ਰੁਝੇਵਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਟੇਜ ਤੇ ਉਹਨਾਂ ਨੂੰ ਪਹਿਲੇ ਮੈਂ ਬੇਨਤੀ ਕਰਾਂਗੇ ਆ ਕੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 71ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਉਹ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਬ੍ਰਹਮਾਤਮਾ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾੜੇ ਵਾਲੇ ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਜੁੜ ਬੈਠੇ ਹਾਂ ਔਰ ਗੁਰਮੁਖੋ 71 ਸਾਲ ਹੋ ਗਏ ਨੇ ਮਹਾਂਪੁਰਸ਼ਾਂ ਨੂੰ ਸ਼ਹੀਦ ਕਰਕੇ ਸੰਸਾਰ ਤੋਂ ਗਿਆ ਹੋਇਆ। ਪਰ ਜਿਵੇਂ ਜਿਵੇਂ ਸਮਾਂ ਬਤੀਤ ਹੋਈ ਜਾਂਦਾ ਹੈ
ਤਿਵੇਂ ਤਿਵੇਂ ਮਹਾਂਪੁਰਸ਼ਾਂ ਨੂੰ ਆਪਣੀ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ ਸੰਗਤ ਦੀ ਆਮਦ ਦੇ ਵਿੱਚ ਵੀ ਬਹੁਤ ਵਾਧਾ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵਚਨ ਹੈ, ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਨੇ ਕਿ ਜਿਵੇਂ ਆਪਾਂ ਦੀਵਾ ਜਗਾਉਂਦੇ ਹਾਂ ਤੇ ਦੀਵੇ ਵਿੱਚ ਤੇਲ ਪਾਇਆ ਜਾਂਦਾ ਹੈ, ਲੇਕਿਨ ਤੇਲ ਤਾਂ ਨਿਕਲਿਆ ਕਿ ਤੇਲਾਂ ਨੂੰ ਕੋਧੂ ਵਿੱਚ ਆਪਣੇ ਆਪ ਨੂੰ ਪੜਵਾਉਣਾ ਪਿਆ। ਜੇਕਰ ਤੇਲ ਆਪਣੇ ਆਪ ਨੂੰ ਕੋਧੂ ਵਿੱਚ ਨਾ ਪੜਵਾਉਂਦੇ ਤੇ ਤੇਲ ਪੈਦਾ ਨਹੀਂ ਸੀ ਹੋਣਾ ਤੇ ਦੀਵਾ ਨਹੀਂ ਸੀ ਜਲ ਸਕਦਾ। ਦੂਜੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਉਹ ਕਹਿੰਦੇ ਕਿ ਜਿਵੇਂ ਬੱਕਰੀ ਆਪਣਾ ਰੋਮ ਰੋਮ ਕਰਕੇ ਸਰੀਰ ਨੂੰ ਕਟਾਉਂਦੀ ਹੈ ਔਰ ਉਹਦੀਆਂ ਨਾੜਾਂ ਦੀ ਤੰਦੀ ਬਣਦੀ ਹੈ, ਉਹਨਾਂ ਤੰਦੀ ਦੇ ਵਿੱਚੋਂ ਰਾਗ ਨਿਕਲਦੇ ਨੇ, ਸਾਜ਼ ਨਿਕਲਦੇ ਨੇ, ਜੋ ਸਾਜ਼ਾਂ ਉੱਪਰ ਵੱਜਦੇ ਨੇ ਰਾਗ ਨਿਕਲਦੇ ਨੇ ਔਰ ਰਾਗੀ ਸਿੰਘ ਕੀਰਤਨੀਏ ਉਹਨਾਂ ਤੰਦੀ ਉੱਤੇ ਹੱਥ ਫੇਰ ਕੇ ਉਂਗਲਾਂ ਫੇਰ ਕੇ ਤੇ ਸੰਗੀਤ ਪੈਦਾ ਕਰਦੇ ਨੇ। ਐਵੇਂ ਤੀਜੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ, ਕਹਿੰਦੇ ਕਿ ਜਿਵੇਂ ਰੇਤ ਅਤੇ ਮਿੱਟੀ ਨੂੰ ਖਾਸ ਰੰਗ ਦੇ ਕੇ ਇੱਕ ਸ਼ੀਸ਼ਾ ਤਿਆਰ ਕੀਤਾ ਜਾਂਦਾ ਹੈ ਔਰ ਉਸ ਸ਼ੀਸ਼ੇ ਵਿੱਚੋਂ ਸੰਸਾਰ ਆਪਣਾ ਮੁੱਖ ਵੇਖਦਾ, ਮੁੱਖ ਨੂੰ ਸਵਾਰਦਾ ਹੈ। ਉਵੇਂ ਕਹਿੰਦੇ ਕਿ ਇੱਕ ਜਿਹੜਾ ਸਾਧੂ ਹੈ ਨਾ, ਸਾਧ, ਉਹ ਦੁੱਖ ਝੱਲ ਕੇ ਭੁੱਖ ਝੱਲ ਕੇ ਸਾਧਨਾ ਕਰਕੇ ਤੇ ਜਗ ਦਾ ਨਿਸਤਾਰਾ ਕਰਨ ਵਾਸਤੇ ਸੰਸਾਰ ਵਿੱਚ ਆਉਂਦਾ ਹੈ। ਬਹੁਤ ਕਮਾਲ ਦੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੇ ਨੇ। ਕਹਿੰਦੇ ਜੈਸੇ ਤਿਲ ਪੇੜ ਤੇਲ ਕੱਢ ਯਤ ਕਸ਼ਟ ਕੈ, ਤਾਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਜੈਸੇ ਰੋਮ ਰੋਮ ਕਰ ਕੱਟਿਐ ਆਜਾ ਕੁਤਾਨ, ਤਾਕੀ ਤਾਤ ਵਾਜੈ ਰਾਗ ਰਗਦੀ ਸੋ ਪਿਆਰੋ ਜੀ। जैसे तो उठाए दर्पण कीजै लोस्ट सेती, ताके कर गह मुख देखत संसारो जी। तैसे दुख भूख सोत साधना के साध भै, ताहि ते जगत को करत निस्तारो जी। कहते कि इंनियां तकलीफां झल के, इंनियां कठिनाइयां झल के एक साध बनता है। और भाई साहब भाई गुरदास जी बख्शिश करते हैं, नौ दरवाजे साध साध सदाया। साध वो है जिन्हें अपनियां 9 गोरकां ते 9 दरवाजियां ते काबू पाया है, उन्हां दी साधना कीती है, फिर किते गुरमुख जाके एक साध बनता है। एवें ही आपां संतां महापुरुषां दी मिठी प्यारी याद इन्नी वड्डी गिणती विच हाज़र हो के मनाउने आ। संत बाबा प्रेम सिंह जी बुराले वाले, जिन्हां दे बारे संत पुरुषां दा कीता होया वचन अखर अखर सच है कि जदों बाबा प्रेम सिंह जी होरां ने मुराले सेवा संभाली ना, क्योंकि बाबा जी का 1882 का जन्म है तो 1905 विच बाबा जी ने मुराले सेवा संभाली है 23 साल की उम्र विच। ते कुछ लोगों ने इस गल पर इतराज भी किया, फिक्र किया कि नौजवान मुंडा है, एडी वड्डी सेवा संभाल संगत की सेवा संभाल के ही नहीं, पंजाब ही नहीं, हिंदुस्तान ही नहीं, बल्कि संसार के जिन्ने भी मुल्क ने जिन्ना जिन्ना थावां ते गुरु का नाम लेवा, गुरु नानक नाम लेवा संगत जाके बैठी है, उथे उथे संत बाबा प्रेम सिंह जी बुराले वालियां दी याद बहुत ही चढ़ती कला विच मनाई जाती है। क्योंकि सानू अक्सर ही इन्हां समागमां ते विदेशां विच जाण दा भी समा मिलदा है। सो अज संत बाबा प्रेम सिंह जी बुराले वाले महापुरुषां दी मिठी प्यारी याद, महापुरुषां दे स्थापन स्थान ते बहुत ही श्रद्धा ते भावना के नाल मनाई जा रही है। भावें कोविड-19 करके कुछ सरकारी हिदायतां भी ने, कुछ बारिश का मौसम भी बन गया, पर फिर भी बहुत वड्डी गिनती में संगतां ने आके हाज़री भर के गुरु जा सरवण करके संगतां अपने जीवन में सफला कर रही ने। सतगुरु जी का कोटान कोट शुक्र है जिन्हां की कृपा सदका संगत के दर्शन होए और इस संस्थान के मुख्य सेवादार मानयोग बीबी जगीर कौर जी इस संस्थान के जो मुख्य सेवादार भी ने और पंथ की नुमाइंदा जमात श्रोमणी गुरुद्वारा प्रबंधक कमेटी के इस वेले मुख्य सेवादार प्रधान वजों भी बहुत चढ़ती कला में सेवावां निभा रहे हैं। उन्हों का भी बहुत बहुत धन्यवाद। सारी संगत का धन्यवाद जी। भुल चुक दी खिमा। वाहिगुरू जी का खालसा, वाहिगुरू जी की फतेह।
ਸਿੰਘ ਸਾਹਿਬ ਜੀ ਨੂੰ ਸਨਮਾਨ ਦੇ ਰਹੇ ਨੇ ਯੁਵਰਾਜ ਭੁਪਿੰਦਰ ਸਿੰਘ ਜੀ ਮੈਲੀ ਸਾਹਿਬ। ਮੇਰੇ ਵੱਲੋਂ ਬੋਲੇ ਸੋ ਨਿਹਾਲ। हेलो ਹਾਰਦਿਕ ਧੰਨਵਾਦ ਹੈ ਜੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ, ਜਿਨ੍ਹਾਂ ਨੇ ਬੜਮੁੱਲੇ ਵਿਚਾਰ ਸੰਗਤਾਂ ਨੂੰ ਸਭ ਨੂੰ ਕਰਵਾਏ ਨੇ। ਬਹੁਤ ਬਹੁਤ ਧੰਨਵਾਦ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ, ਜਿਵੇਂ ਕਿ ਮੈਂ ਦਾਸ ਨੇ ਆਪ ਜੀ ਨੂੰ ਪਹਿਲੇ ਵੀ ਦੱਸਿਆ ਹੈ ਕਿ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਆਪਣੇ ਪੰਥਕ ਰੁਝੇਵਿਆਂ ਦੇ ਵਿੱਚੋਂ ਸਮਾਂ ਲੈ ਕੇ ਇੱਥੇ ਆਏ ਨੇ। ਅਸੀਂ ਜਿੱਥੇ ਮਾਨਯੋਗ ਬੀਬੀ ਜੀ ਵੱਲੋਂ, ਸਥਾਨ ਵੱਲੋਂ, ਸੰਗਤਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਔਰ ਬਹੁਤ ਸਤਿਕਾਰ ਸ਼ਖਸੀਅਤ ਮਾਨਯੋਗ ਬੀਬੀ ਜਗੀਰ ਕੌਰ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਬਾਰੇ ਵਿੱਚ ਆਪ ਜੀ ਨੂੰ ਪਹਿਲੇ ਵੀ ਦੱਸਿਆ ਜਾ ਚੁੱਕਾ ਸੀ ਕਿ ਕੱਲ੍ਹ ਤੋਂ ਲੈ ਕਰਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਜੋ ਚੱਲ ਰਹੀ ਘੱਲੂ ਘਰ ਇਸ ਦੇ ਸੰਬੰਧ ਵਿੱਚ ਮੀਟਿੰਗਾਂ ਸੀਗੀਆਂ ਐਗਜ਼ੈਕਟਿਵ ਕਮੇਟੀ ਨਾਲ। ਉੱਥੇ ਅਹਿਮ ਮਤੇ ਜਿਹੜੇ ਸੀ ਪਾਸ ਕੀਤੇ ਗਏ। ਮਾਨਯੋਗ ਸਿੰਘ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਤਖਤਾਂ ਦੇ ਜਥੇਦਾਰ ਸਾਹਿਬ, ਹੈੱਡ ਗ੍ਰੰਥੀ ਸਾਹਿਬ, ਐਗਜ਼ੈਕਟਿਵ ਕਮੇਟੀ, ਜਨਰਲ ਹਾਊਸ ਦੇ ਮੈਂਬਰ ਸਾਹਿਬਾਨਾਂ ਦੇ ਨਾਲ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਫੈਸਲਾ ਕੀਤਾ ਗਿਆ ਕਿ 1984 ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਉਸ ਵਕਤ ਪ੍ਰਕਾਸ਼ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਜਿੱਥੇ ਦੁਸ਼ਮਣਾਂ ਨੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅੰਦਰ ਬਾਹਰ ਗੋਲੀਆਂ ਚਲਾਈਆਂ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸਪੇਅਰ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਵੀ ਉਹਨਾਂ ਨੇ ਗੋਲੀਆਂ ਦੇ ਨਾਲ ਵਿੰਨਿਆ। ਉਹ ਜ਼ਖਮੀ ਪਾਵਨ ਸਰੂਪ ਜੋ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਭਾਏਮਾਨ ਸੀ, ਸਾਰੇ ਸਿੰਘ ਸਾਹਿਬਾਨਾਂ ਦੀ ਸਲਾਹ ਦੇ ਨਾਲ, ਹੈੱਡ ਗ੍ਰੰਥੀ ਸਾਹਿਬ ਜੀ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੇ ਸਲਾਹ ਦੇ ਨਾਲ, ਜਨਰਲ ਹਾਊਸ ਦੇ ਮੈਂਬਰਾਂ ਦੇ ਸਲਾਹ ਦੇ ਨਾਲ ਇਹ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਕਿ ਉਹ ਪਾਵਨ ਸਰੂਪ ਨੂੰ ਸੰਗਤਾਂ ਦੇ ਦਰਸ਼ਨ ਕਰਾਉਣ ਵਾਸਤੇ 3 ਦਿਨ ਵਾਸਤੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਸੁਭਾਏਮਾਨ ਕੀਤਾ ਜਾਵੇ। ਅੱਜ ਮਾਨਯੋਗ ਬੀਬੀ ਜਗੀਰ ਕੌਰ ਜੀ ਸਵੇਰ ਤੋਂ ਲੈ ਕਰਕੇ ਉਸ ਪੰਥਕ ਰੁਝੇਵੇਂ ਦੇ ਵਿੱਚ ਸੇਵਾ ਕਰ ਰਹੇ ਸਨ ਔਰ ਲਾਈਵ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪਾਵਨ ਸਰੂਪ ਜਿਨ੍ਹਾਂ ਨੂੰ ਦੁਸ਼ਮਣਾਂ ਨੇ ਗੋਲੀਆਂ ਦੇ ਨਾਲ ਵਿੰਨਿਆ, ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸੁਭਾਏਮਾਨ ਹੈ। ਸਾਧ ਸੰਗਤ ਜੀ, ਤੁਹਾਨੂੰ ਬੇਨਤੀ ਕਰਨੀ ਹੈ ਕਿ ਪਰਿਵਾਰਾਂ ਦੇ ਨਾਲ ਜਾ ਕਰਕੇ ਉਸ ਪਾਵਨ ਸਰੂਪ ਦੇ ਜਿੱਥੇ ਅਸੀਂ ਦਰਸ਼ਨ ਕਰਨੇ ਨੇ, ਉੱਥੇ ਅਸੀਂ ਸਾਵਧਾਨ ਵੀ ਰਹਿਣਾ ਹੈ, ਸੁਚੇਤ ਵੀ ਰਹਿਣਾ ਹੈ। ਜਿਹੜੇ ਅੱਜ ਸਾਡੇ ਤਖਤਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ, ਜਿਹੜੇ ਅੱਜ ਸਾਡੇ ਧਰਮ ਦੇ ਮੰਦਰਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ, ਜਿਹੜੇ ਅੱਜ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਨੀ ਨੁਕਸਾਨ ਪਹੁੰਚਾ ਰਹੇ ਨੇ, ਉਹਨਾਂ ਤੋਂ ਸੁਚੇਤ ਰਹੀਏ, ਸਾਵਧਾਨ ਰਹੀਏ ਤੇ ਕੌਮੀ ਇਕੱਤਰਤਾ ਕਰਕੇ, ਪੰਥਕ ਇਕੱਠ ਕਰਕੇ ਅਸੀਂ ਸਾਰੇ ਇਕੱਠੇ ਹੋ ਕਰਕੇ ਇਹਨਾਂ ਦਾ ਜਵਾਬ ਦਈਏ। ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਮਾਨਯੋਗ ਬੀਬੀ ਜਗੀਰ ਕੌਰ ਜੀ ਸਟੇਜ ਤੇ ਆ ਚੁੱਕੇ ਨੇ। ਇੱਕ ਜੈਕਾਰਾ ਬੋਲੇ ਸੋ ਨਿਹਾਲ। ਜਿੱਥੇ ਕਿ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਮਾਨਯੋਗ ਸਿੰਘ ਸਾਹਿਬ ਜੀ, ਇਸ ਸਥਾਨ ਦੇ ਉੱਤੇ ਇੱਕ ਵਿਲੱਖਣਤਾ ਹੈ ਬਾਕੀ ਧਾਰਮਿਕ ਸਥਾਨਾਂ ਨਾਲੋਂ। ਵਿਸ਼ੇਸ਼ ਤੌਰ ਦੇ ਉੱਤੇ ਇਹ ਉਹ ਸਥਾਨ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ, ਜਿਸ ਸਥਾਨ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਰਾਬਤਾ ਰੱਖਿਆ, ਆਪ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਨੂੰ ਫੋਲੋ ਕੀਤਾ ਤੇ ਮੰਨਿਆ। ਅੱਜ ਇਹ ਹਾਂ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਉੱਥੇ ਸੇਵਾ ਲਈ ਉਸ ਸਥਾਨ ਦੀ। ਅੱਜ ਉਹਨਾਂ ਦਾ ਨਿਸ਼ਾਨ, ਉਹਨਾਂ ਦਾ ਨਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੱਖਣੀ ਬਾਹੀ ਦੇ ਵਿੱਚ ਵੀ ਸੁਸ਼ੋਭਿਤ ਹੈ। ਕਿਉਂ? ਕੀ ਕਾਰਨ ਹੈ? ਉਹਦਾ ਕਾਰਨ ਇੱਕੋ ਹੀ ਇੱਕ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਜੀਵਨ ਦੇ ਵਿੱਚ ਕਦੇ ਕੋਈ ਚੇਲਾ ਨਹੀਂ ਬਣਾਇਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਆਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ, ਆਪ ਅਕਾਲ ਤਖਤ ਸਾਹਿਬ ਨਾਲ ਜੁੜੇ, ਆਪ ਹਰਿਮੰਦਰ ਸਾਹਿਬ ਦੇ ਨਾਲ ਜੁੜੇ। ਆਪ ਹਰਿਮੰਦਰ ਸਾਹਿਬ ਦੇ ਨਾਲ ਜੁੜਦਿਆਂ ਹੋਇਆਂ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਸੇਵਾਵਾਂ ਕੀਤੀਆਂ, ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਨੂੰ ਇਹਨੇ ਵਿੱਚ ਅਪਣਾਇਆ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ ਮਾਨਯੋਗ ਬੀਬੀ ਜਗੀਰ ਕੌਰ ਜੀ ਨੇ ਵੀ ਐਸੇ ਫੈਸਲੇ ਕੀਤੇ ਜਿੱਥੇ ਆਪ 4 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਔਰ ਨਾਲ ਹੀ ਵਿਸ਼ੇਸ਼ ਤੌਰ ਤੇ ਇਸ ਸਥਾਨ ਤੇ ਹੀ ਨਹੀਂ ਔਰ ਇਹ ਖਾਸ ਤੌਰ ਤੇ ਹਦਾਇਤ ਹੁੰਦੀ ਹੈ ਇੱਥੇ ਕੋਈ ਵੀ ਕਾਰਜ ਕੀਤਾ ਜਾਂਦਾ ਹੈ ਧਰਮ ਦੇ ਖੇਤਰ ਵਿੱਚ, ਵਿਸ਼ੇਸ਼ ਤੌਰ ਤੇ ਹਦਾਇਤ ਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਨੂੰ ਇਹਨ ਵਿੱਚ ਇੱਥੇ ਲਾਗੂ ਕੀਤਾ ਜਾਂਦਾ ਹੈ। ਔਰ ਕਿਉਂਕਿ ਇਹ ਕੋਈ ਡੇਰਾ ਨਹੀਂ ਹੈ, ਇਹ ਗੁਰਦੁਆਰਾ ਸਾਹਿਬ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਨਾਂ ਦੇ ਉੱਤੇ, ਜਿੱਥੇ ਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਨੂੰ ਅਸੀਂ ਮੰਨਣਾ ਕਰਨਾ ਹੈ। ਔਰ ਇਸ ਗੱਲ ਦੇ ਉੱਤੇ ਵੀ ਸਾਨੂੰ ਮਾਣ ਹੈ, ਮਾਨਯੋਗ ਬੀਬੀ ਜਗੀਰ ਕੌਰ ਜੀ
ਜਿਹੜਾ ਕਿ ਅੱਜ ਕੋਵਿਡ ਦਾ ਸਮਾਂ ਚੱਲ ਰਿਹਾ ਹੈ। ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਇੱਕ ਦੂਸਰੇ ਨੂੰ ਇਹੋ ਸੁਨੇਹਾ ਦੇ ਰਹੀਆਂ ਨੇ, ਦੇਖਿਓ ਹਾਲਾਤ ਬੜੇ ਖਰਾਬ ਹੈ, ਜਿਹੜੇ ਹਾਲਾਤ ਵਾਜਬ ਨਹੀਂ ਹੈ, ਘਰਾਂ ਵਿੱਚ ਬਾਹਰ ਨਾ ਆਓ, ਘਰਾਂ ਦੇ ਵਿੱਚ ਰਹੋ। ਪਰ ਅਸੀਂ ਹੈਰਾਨ ਹੁੰਦੇ ਹਾਂ ਕਿ ਦਿਨ ਰਾਤ ਨਾ ਕਦੇ ਸੌਂ ਕੇ ਵੇਖਿਆ, ਨਾ ਕਦੇ ਖਾ ਕੇ ਵੇਖਿਆ, ਔਰ ਨਿਰੰਤਰ